ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੌਰਮੈਂਟ ਜੋਬ ਨਿਊਜ਼ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। PSSS ਬੋਰਡ ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਣੇ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਇਨਵਾਇਰਨਮੈਂਟ ਦਾ ਪੋਰਸ਼ਨ ਆਉਣਾ ਹੈ। ਇਨਵਾਇਰਨਮੈਂਟ ਤੁਹਾਨੂੰ ਬਹੁਤੇ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਆਊਗਾ, ਪਰ ਤੁਹਾਨੂੰ ਬੇਸਿਕ ਉਹਦਾ ਪਤਾ ਹੀ ਹੋਣਾ ਚਾਹੀਦਾ ਹੈ। ਕੁਝ ਬੇਸਿਕ ਗੱਲਾਂ ਜਿਹਦੇ ਨਾਲ ਤੁਸੀਂ ਕਰੰਟ ਇਸ਼ੂ ਵੀ ਸੋਲਵ ਕਰ ਸਕਦੇ ਹੋ। ਸੋ ਉਸ ਕਲਾਸ ਨੂੰ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਕਲਾਸ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸਣਾ। ਅਸੀਂ ਬਿਲਕੁਲ ਬੇਸਿਕ ਜਿਹੜੀ ਟਰਮਨੋਲੋਜੀ ਹੈ ਇਨਵਾਇਰਨਮੈਂਟ ਦੇ ਵਿੱਚ ਉਸ ਨੂੰ ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਸਭ ਤੋਂ ਪਹਿਲੀ ਗੱਲ, ਇੱਕ ਟਰਮ ਜਿਹੜੀ ਪੇਪਰ ਦੇ ਵਿੱਚ ਕਾਫੀ ਵਾਰੀ ਆਉਂਦੀ ਹੈ, ਕਹਿੰਦੇ ਜੀ ਬਾਇਓਸਫੀਅਰ। ਬਾਇਓਸਫੀਅਰ ਕੀ ਹੁੰਦਾ ਹੈ? ਬਾਇਓਸਫੀਅਰ ਨੂੰ ਦੇਖੋ ਧਿਆਨ ਨਾਲ ਸਮਝੋ ਜੀ। ਤਿੰਨ ਚੀਜ਼ਾਂ ਹੁੰਦੀਆਂ ਨੇ ਆਪਣੇ ਕੋਲ। ਇੱਕ ਹੁੰਦਾ ਐਟਮੋਸਫੇਅਰ, ਜਿਹਨੂੰ ਕਹਿੰਦੇ ਵਾਤਾਵਰਨ, ਠੀਕ ਹੈ ਜੀ। ਵਾਤਾਵਰਨ ਦਾ ਤੁਹਾਨੂੰ ਪਤਾ ਕੀ ਹੁੰਦਾ ਜੀ, ਸਾਰੀਆਂ ਗੈਸਿਸ ਹੁੰਦੀਆਂ ਨੇ। ਇਹਦੇ ਵਿੱਚ ਗੈਸਾਂ ਦਾ ਇੱਕ ਗਰੁੱਪ ਹੁੰਦਾ ਜਿਹਦੇ ਵਿੱਚ ਸਾਰੇ ਤਰ੍ਹਾਂ ਦੀ ਗੈਸਿਸ ਹੁੰਦੀਆਂ ਨੇ। ਅਤੇ ਉਸ ਤੋਂ ਬਾਅਦ ਉਹਨੂੰ ਆਪਾਂ ਐਟਮੋਸਫੇਅਰ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹਾਈਡਰੋਸਫੀਅਰ, ਪਾਣੀ ਦੇ ਵਿੱਚ ਜਿਹੜੇ ਜੀਵ ਜੰਤੂ ਹੈ ਜਾਂ ਪਾਣੀ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਜੀਵ ਨੇ ਉਹ। ਉਸ ਤੋਂ ਬਾਅਦ ਹੁੰਦਾ ਇੱਕ ਲਿਥੋਸਫੀਅਰ। ਲਿਥੋਸਫੀਅਰ ਦਾ ਮਤਲਬ ਹੁੰਦਾ, ਲੀਥੋ ਵਰਡ ਇੱਕ ਗ੍ਰੀਕ ਵਰਡ ਹੈ, ਇਹਦਾ ਮਤਲਬ ਹੁੰਦਾ ਪੱਥਰਾਂ ਤੋਂ ਬਣੀ ਹੋਈ ਕੋਈ ਚੀਜ਼। ਤਾਂ ਸਾਡੀ ਜਿਹੜੀ ਧਰਤੀ ਹੈ ਇਹਦੇ ਉੱਪਰ ਮੈਦਾਨ, ਪਠਾਰ, ਪਹਾੜ ਸਭ ਕੁਛ ਨੇ, ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਲਿਥੋਸਫੀਅਰ, ਠੀਕ ਹੈ ਜੀ। ਹੁਣ ਬਾਇਓਸਫੀਅਰ ਕੀ ਹੋ ਗਿਆ? ਬਾਇਓਸਫੀਅਰ ਨੂੰ ਧਿਆਨ ਨਾਲ ਸਮਝੋ। ਇੱਥੇ ਡੈਫੀਨੇਸ਼ਨ ਕੇ ਅੰਦਰ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਇਹ ਪੁਆਇੰਟ ਲਿਖਿਆ ਹੋਇਆ ਹੈ। ਤਾਂ ਦੇਖੋ, ਅਰਥ ਹੈਜ਼ ਡਿਫਰੈਂਟ ਕੰਪੋਨੈਂਟ। ਤੁਹਾਨੂੰ ਪਤਾ ਹੈ ਧਰਤੀ ਦੇ ਬਹੁਤ ਸਾਰੇ ਕੰਪੋਨੈਂਟ ਨੇ, ਜਿਹਦੇ ਵਿੱਚ ਲਿਥੋਸਫੀਅਰ ਮਤਲਬ ਜਿਹੜਾ ਧਰਤੀ ਵਾਲਾ ਜਿਹੜਾ ਪਾਰਟ ਹੈ, ਆ ਦੱਸਿਆ ਜਿਹੜਾ ਪਾਰਟ। ਐਟਮੋਸਫੀਅਰ ਆ ਉੱਪਰ ਜਿਹੜਾ ਗੈਸਿਸ ਵਾਲਾ ਪਾਰਟ, ਅਤੇ ਹਾਈਡਰੋਸਫੀਅਰ ਉਹ ਪਾਰਟ, ਜਿੱਥੇ ਇਹ ਤਿੰਨੇ ਚੀਜ਼ਾਂ ਹੀ ਆਪਸ ਦੇ ਵਿੱਚ ਮਿਲਦੀਆਂ ਨੇ। ਉਹ ਏਰੀਆ ਜਿੱਥੇ ਹਵਾ, ਪਾਣੀ ਅਤੇ ਧਰਤੀ ਸਾਰੇ ਮਿਲਦੀਆਂ ਨੇ ਅਤੇ ਲਾਈਫ ਨੂੰ ਸਪੋਰਟ ਕਰਦੀਆਂ ਨੇ। ਲਾਈਫ ਨੂੰ ਮਤਲਬ ਉੱਥੇ ਕੋਈ ਜੀਵ ਜੀ ਸਕਦਾ। ਇਹ ਤਿੰਨੇ ਚੀਜ਼ਾਂ ਦੇ ਉੱਪਰ ਉਸ ਏਰੀਏ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਬਾਇਓਸਫੀਅਰ, ਠੀਕ ਹੈ ਜੀ। ਬਾਇਓਸਫੀਅਰ ਆਪਾਂ ਕਿਹਨੂੰ ਕਹਿੰਦੇ ਹਾਂ? ਆਈ ਹੋਪ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਕਿ ਬਾਇਓਸਫੀਅਰ ਕਿਹੜੇ ਤਿੰਨ ਕੰਪੋਨੈਂਟ। ਚੌਥਾ ਆਪਸ਼ਨ ਇੱਦਾਂ ਹੋਊਗਾ, ਸਟੈਟੋਸਫੀਅਰ ਪਾ ਦੂਗਾ, ਟ੍ਰੋਪੋਸਫੀਅਰ ਪਾ ਸਕਦਾ ਤੁਹਾਨੂੰ, ਠੀਕ ਹੈ ਜੀ। ਤਾਂ ਉਸ ਨੂੰ ਧਿਆਨ ਰੱਖਣਾ। ਐਟਮੋਸਫੀਅਰ ਹੁੰਦਾ, ਲਿਥੋਸਫੀਅਰ ਹੁੰਦਾ ਅਤੇ ਹਾਈਡਰੋਸਫੀਅਰ। ਮੇਰੇ ਹਿਸਾਬ ਨਾਲ ਤੁਹਾਨੂੰ ਬਾਇਓਸਫੀਅਰ ਦੀ ਇੱਕ ਡੈਫੀਨੇਸ਼ਨ ਕਲੀਅਰ ਹੋ ਗਈ ਹੋਣੀ ਹੈ। ਉਸ ਤੋਂ ਬਾਅਦ ਵੀ ਪੜ੍ਹ ਲੈਂਦੇ ਹਾਂ। ਬਾਇਓਸਫੀਅਰ ਇਜ਼ ਦਾ ਪਾਰਟ ਆਫ ਦਾ ਲਿਥੋਸਫੀਅਰ, ਹਾਈਡਰੋਸਫੀਅਰ, ਐਟਮੋਸਫੀਅਰ ਵੇਅਰ ਪਲਾਂਟ ਐਂਡ ਹਿਊਮਨ ਬੀਇੰਗ ਲਿਵ। ਪਲਾਂਟ ਵੀ ਇੱਕ ਜੀਵ ਨੇ, ਜਿਉਂਦੇ ਨੇ, ਠੀਕ ਹੈ ਜੀ। ਹਿਊਮਨ ਬੋਡੀ ਵੀ ਇਸ ਤਰ੍ਹਾਂ ਦੀ ਹੈ ਜਿਨ੍ਹਾਂ ਨੂੰ ਆਪਾਂ ਹਵਾ, ਪਾਣੀ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਤਾਂ ਬਾਇਓਸਫੀਅਰ ਦੇ ਵਿੱਚ ਹੀ ਮੈਕਸੀਮਮ ਲਾਈਫ ਜਿਹੜੀ ਹੈ ਡਿਫਰੈਂਟ ਵਰਾਇਟੀ ਦੀ ਜਨਮ ਲੈਂਦੀ ਹੈ, ਅਤੇ ਇਸ ਚੀਜ਼ ਨੂੰ ਆਪਾਂ ਧਿਆਨ ਰੱਖਣਾ, ਠੀਕ ਹੈ ਜੀ। ਇਹ ਪਾਰਟ ਆਫ ਅਰਥ ਵੇਅਰ ਦੀ ਲਾਈਫ ਐਗਜ਼ਿਸਟ, ਮਤਲਬ ਜਿੱਥੇ ਲਾਈਫ ਐਗਜ਼ਿਸਟ ਕਰਦੀ ਹੈ, ਰਹਿਣ ਵਾਲਾ ਜਿਹੜਾ ਏਰੀਆ, ਉਸ ਨੂੰ ਤਿੰਨੇ ਪਾਰਟ ਦਾ ਮਿਲਾ ਕੇ ਉਸ ਨੂੰ ਆਪਾਂ ਬਾਇਓਸਫੀਅਰ ਕਹਿੰਦੇ ਹਾਂ। ਇਸੇ ਬਾਇਓਸਫੀਅਰ ਨੂੰ ਫਿਰ ਅਲੱਗ-ਅਲੱਗ ਕੈਟੇਗਰੀ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਕਿਸੇ ਥਾਂ ਦੇ ਨੂੰ ਨੈਸ਼ਨਲ ਪਾਰਕ ਦੇ ਵਿੱਚ ਡਿਵਾਈਡ ਕਰ ਦਿੰਦੇ ਆ, ਠੀਕ ਹੈ। ਬਾਇਓਸਫੀਅਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਏਰੀਆ ਹੋ ਗਿਆ। ਉਸ ਦੇ ਵਿੱਚ ਨੈਸ਼ਨਲ ਪਾਰਕ, ਵਾਈਲਡ ਲਾਈਫ ਸੈਂਚੁਰੀ, ਬੋਟੈਨੀਕਲ ਗਾਰਡਨ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਨੇ, ਠੀਕ ਹੈ ਜੀ। ਬਾਇਓਸਫੀਅਰ ਦੀ ਡੈਫੀਨੇਸ਼ਨ ਨੂੰ ਆਪਾਂ ਹੋਰ ਇਲੈਬੋਰੇਟ ਕਰਾਂਗੇ ਅੱਗੇ ਆਉਣ ਵਾਲੇ ਲੈਕਚਰ ਦੇ ਵਿੱਚ। ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਦੇਖੋ ਕੰਸਿਸਟ, ਇਹਦੇ ਵਿੱਚ ਕੀ ਹੁੰਦਾ? ਲਿਵਿੰਗ ਔਰਗੈਨਿਜ਼ਮ ਅਤੇ ਡੈਡ ਔਰਗੈਨਿਜ਼ਮ। ਹੁਣ ਦੇ ਵਿੱਚ ਦੋ ਤਰ੍ਹਾਂ ਦੇ ਜੀਵ ਮਿਲਣਗੇ ਬਾਇਓਸਫੀਅਰ ਦੇ ਵਿੱਚ। ਲਿਵਿੰਗ ਜਿਹੜੇ ਜਿੰਦੇ ਨੇ ਅਤੇ ਜਿਹੜੇ ਮ੍ਰਿਤ ਹੋ ਚੁੱਕੇ ਨੇ ਉਹ ਸਾਰੇ ਹੀ ਇਹਦੇ ਵਿੱਚ ਮਿਲਣਗੇ। ਬਾਇਓਸਫੀਅਰ ਦੀ ਡੈਫੀਨੇਸ਼ਨ ਪ੍ਰੋਪਰਲੀ ਕਲੀਅਰ ਹੋ ਗਈ। ਤੁਹਾਡੇ ਪੇਪਰ ਦੇ ਵਿੱਚ ਇੰਨਾ ਹੀ ਆਉਣਾ ਕਿ 4 ਪਾਰਟ ਕਿਹੜੇ ਹੁੰਦੇ ਨੇ। 3 ਪਾਰਟ ਤਾਂ ਮੈਂ ਤੁਹਾਨੂੰ ਦੱਸ ਦਿੱਤੇ ਨੇ। ਚੌਥਾ ਪਾਰਟ ਤੁਹਾਨੂੰ ਕੋਈ ਐਸਾ ਦੇ ਸਕਦਾ ਜਿਹਦੇ ਉਹ ਹਮੇਸ਼ਾ ਗਲਤ ਹੋਊਗਾ। ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇਹ ਬਾਇਓਸਫੀਅਰ ਦੀ ਡੈਫੀਨੇਸ਼ਨ ਕਲੀਅਰ ਹੋ ਗਈ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਜੀ ਈਕੋਸਿਸਟਮ ਦੇ ਬਾਰੇ। ਈਕੋਸਿਸਟਮ ਕੀ ਹੁੰਦਾ ਹੈ? ਦੇਖੋ, ਜਿਵੇਂ ਇੱਕ ਬੋਡੀ ਹੁੰਦੀ ਹੈ, ਬੋਡੀ ਦੇ ਵਿੱਚ ਦੇਖੋ ਆਪਣੇ ਜੀਣ ਵਾਸਤੇ ਨਾ ਇੱਕ ਸੈੱਲ ਹੁੰਦਾ। ਸੈੱਲ ਤੁਹਾਨੂੰ ਪਤਾ ਹੈ ਸਭ ਤੋਂ ਛੋਟਾ ਜੀਵ ਹੁੰਦਾ, ਜਿੱਥੇ ਸੈੱਲਾਂ ਨੂੰ ਜੋੜ ਕੇ ਆਪਾਂ ਟਿਸ਼ੂ ਬਣਦੇ ਨੇ, ਟਿਸ਼ੂ ਤੋਂ ਸਿਸਟਮ ਬਣਦਾ, ਸਿਸਟਮ ਤੋਂ ਔਰਗਨ ਬਣਦੇ ਨੇ। ਇਸ ਤਰ੍ਹਾਂ ਹੀ ਕਰਕੇ ਜਿਹੜਾ ਨੇਚਰ ਹੈ ਨਾ, ਨੇਚਰ ਦੇ ਵਿੱਚ ਸਭ ਤੋਂ ਛੋਟਾ ਯੂਨਿਟ ਜਿਹਨੂੰ ਕਹਿ ਦਿੰਦੇ ਹਾਂ ਜਾਂ ਫੰਕਸ਼ਨਲ ਯੂਨਿਟ, ਉਹ ਹੁੰਦਾ ਜੀ ਈਕੋਸਿਸਟਮ। ਈਕੋਸਿਸਟਮ ਇੱਕ ਤਰ੍ਹਾਂ ਦਾ ਕੀ ਹੈ ਜੀ? ਫੰਕਸ਼ਨਲ ਯੂਨਿਟ ਹੈ। ਇਹਦੇ ਵਿੱਚ ਕੀ ਹੁੰਦਾ? ਇੰਟਰੈਕਸ਼ਨ ਹੁੰਦੀ ਹੈ। ਕਿਸ ਦੀ ਹੁੰਦੀ ਹੈ ਇੰਟਰੈਕਸ਼ਨ? ਹੋਊਗੀ ਜਾਂ ਇੰਟਰਡਿਪੈਂਡੈਂਸੀ, ਮਤਲਬ ਇੱਕ ਦੂਜੇ ਦੇ ਉੱਪਰ ਡਿਪੈਂਡ ਹੋਣਗੇ, ਜਾਂ ਇੱਕ ਦੂਜੇ ਦੇ ਵਿੱਚ ਰਿਲੇਸ਼ਨ ਹੋਊਗਾ। ਕਿਹਨਾਂ ਦੇ ਵਿੱਚ? ਲਿਵਿੰਗ ਜਿਹੜੇ ਜਿਉਂਦੇ ਨੇ, ਅਤੇ ਜਿਹੜੇ ਆਲੇ ਦੁਆਲੇ ਦਾ ਜਿਹੜਾ ਉਹਦਾ ਫਿਜ਼ੀਕਲ ਇਨਵਾਇਰਮੈਂਟ ਹੈ, ਮਤਲਬ ਜਿਹੜੇ ਆਲੇ ਦੁਆਲੇ ਦਾ ਜਿਹੜਾ ਭੌਤਿਕ ਜਿਹੜਾ ਜਿਹਦੇ 'ਤੇ ਧਰਤੀ ਦੇ ਉੱਪਰ ਰਹਿ ਰਿਹਾ ਉਹ ਜੀਵ, ਉਸ ਦੇ ਵਿਚਾਲੇ ਜਿਹੜਾ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਇੰਟਰਡਿਪੈਂਡੈਂਸੀ, ਜਾਂ ਮਤਲਬ ਇੱਕ ਦੂਜੇ ਦੇ ਉੱਪਰ ਡਿਪੈਂਡ ਹੋਣਾ। ਕੌਣ?
ਲਿਵਿੰਗ ਤੇ ਧਰਤੀ ਦੋਨਾਂ ਦਾ ਇੱਕ ਦੂਜੇ ਪ੍ਰਤੀ ਜਿਹੜਾ ਰਿਲੇਸ਼ਨ ਹੁੰਦਾ ਹੈ। ਕਿਵੇਂ ਆਪਾਂ ਹੁਣ ਦੇਖੋ ਹੁਣ ਇਨਸਾਨ ਹੈ ਧਰਤੀ ਦੇ ਉੱਪਰ ਰਹਿ ਰਿਹਾ ਤਾਂ ਆਪਣੇ ਵਾਸਤੇ ਕੋਈ ਕੰਡੀਸ਼ਨ ਹੋਊਗੀ ਨਾ ਵੀ ਆਪਾਂ ਕਿਵੇਂ ਰਹਿ ਰਹੇ ਹਾਂ, ਕਿਉਂਕਿ ਆਪਾਂ ਤਾਂ ਬਹੁਤ ਜ਼ਿਆਦਾ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ, ਬਹੁਤ ਜ਼ਿਆਦਾ ਠੰਡ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਚੀਜ਼ ਨੂੰ ਆਪਾਂ ਜਦੋਂ ਇੱਕ ਦੂਜੇ ਦੇ ਉੱਪਰ ਡਿਪੈਂਡ ਹੈ, ਸਾਰੀਆਂ ਚੀਜ਼ਾਂ ਕੰਟਰੋਲ ਕਰਕੇ ਚੱਲਣੀਆਂ ਪੈਂਦੀਆਂ ਤਾਂ ਨੇਚਰ ਵੀ ਆਪਣੇ ਹਿਸਾਬ ਨਾਲ ਚੱਲਦੀ ਹੈ। ਠੀਕ ਹੈ ਜੀ, ਇਸੇ ਚੀਜ਼ ਨੂੰ ਆਪਾਂ ਈਕੋਸਿਸਟਮ ਕਹਿ ਦਿੰਦੇ ਹਾਂ। ਇੰਟਰੈਕਸ਼ਨ ਲਿਵਿੰਗ ਕਿਹਨਾਂ ਦੀ, ਲਿਵਿੰਗ ਦੀ, ਅਤੇ ਇਹ ਜਦੋਂ ਲਿਵਿੰਗ ਦੀ ਅਤੇ ਜੋ ਜੀਵ ਹੈ ਅਤੇ ਧਰਤੀ ਹੈ ਜੋ ਆਪਸ ਦੇ ਵਿੱਚ ਇੰਟਰੈਕਟ ਕਰਦੀਆਂ ਨੇ, ਇਸੇ ਚੀਜ਼ ਨੂੰ ਆਪਾਂ ਈਕੋਸਿਸਟਮ ਕਹਿ ਦਿੰਦੇ ਹਾਂ। ਹੁਣ ਇਹ ਈਕੋਸਿਸਟਮ ਬਹੁਤ ਤਰ੍ਹਾਂ ਦਾ ਹੁੰਦਾ ਹੈ। ਈਕੋਸਿਸਟਮ ਦੇਖੋ ਮੈਂਗਰੂਵ ਤੁਸੀਂ ਸੁਣਿਆ ਹੋਊਗਾ। ਦੇਖੋ ਇੱਥੇ ਪਹਿਲਾਂ ਪਿਕਚਰ ਦੇ ਵਿੱਚ ਦੇਖੋ ਈਕੋਸਿਸਟਮ ਤਾਂ ਲਿਵਿੰਗ ਅਤੇ ਨੋਨ ਲਿਵਿੰਗ ਦੇ ਵਿੱਚ ਪੇੜ ਪੌਦੇ, ਧਰਤੀ, ਪਠਾਰ, ਮੈਦਾਨ, ਇਹ ਸਾਰਾ ਕੁਛ ਆ ਜਾਂਦਾ ਹੈ। ਅਤੇ ਲਿਵਿੰਗ ਜਿਹੜੇ ਜੀਵਾਂ ਦੇ ਵਿੱਚ ਜੀਵ ਹੈ, ਇਹ ਦੋਨਾਂ ਦਾ ਆਪਸ 'ਤੇ ਰਿਲੇਸ਼ਨ ਹੋ ਗਿਆ ਈਕੋਸਿਸਟਮ। ਅਤੇ ਇਹਦੇ ਵਿੱਚ ਦੇਖੋ ਹੁਣ ਜਿਹੜਾ ਈਕੋਸਿਸਟਮ ਹੈ ਉਹ ਕਿੰਨੇ ਤਰ੍ਹਾਂ ਦਾ। ਮੈਂਗਰੂਵ ਕੀ ਹੁੰਦਾ, ਜਦੋਂ ਵੀ ਕੋਈ ਕੋਸਟਲ ਏਰੀਆ ਸਮੁੰਦਰ ਦੇ ਨੇੜੇ ਜਾਂਦੇ ਹਾਂ ਤਾਂ ਉਹਦੇ ਉੱਪਰ ਇੱਕ ਇਸ ਤਰ੍ਹਾਂ ਦੀ ਵਨਸਪਤੀ, ਇਹਨੂੰ ਨਾ ਆਪਾਂ ਕਹਿ ਦਿੰਦੇ ਹਾਂ ਨਮਕੀਨ ਜਿਹੜੇ ਪੇੜ ਪੌਦੇ ਹੁੰਦੇ ਆ ਉਹ ਸਮੁੰਦਰ ਦੇ ਵਿੱਚ ਹੁੰਦੇ ਆ। ਉੱਥੇ ਵੀ ਕੀ ਹੁੰਦਾ ਜੀ, ਉਹਦੇ ਵਿੱਚ ਵੀ ਕੁਛ ਜੀਵ ਰਹਿੰਦੇ ਨੇ, ਤਾਂ ਉਸ ਚੀਜ਼ ਨੂੰ ਆਪਾਂ ਮੈਂਗਰੂਵ ਈਕੋਸਿਸਟਮ ਕਹਿ ਦਿੰਦੇ ਹਾਂ। ਟਰੋਪੀਕਲ ਕੀ ਹੈ ਜੀ, ਸਾਡੀ ਧਰਤੀ ਹੈ, ਧਰਤੀ ਦੇ ਬਿਲਕੁਲ ਸੈਂਟਰ ਦੇ ਵਿੱਚ ਕੀ ਹੈ ਜੀ, ਇੱਕ ਸਾਡੀ ਇਕੁਏਟਰ ਹੈ, ਮਤਲਬ ਵਿਸ਼ਵਤ ਰੇਖਾ ਹੈ। ਇਹਦੇ ਆਲੇ ਦੁਆਲੇ ਜਿੰਨਾ ਵੀ ਸਾਡਾ ਕੀ ਹੈ ਸਿਸਟਮ ਹੈ ਉਹਨੂੰ ਆਪਾਂ ਟਰੋਪੀਕਲ ਰੇਨ ਫੋਰੈਸਟ, ਕਿਉਂਕਿ ਸਭ ਤੋਂ ਜ਼ਿਆਦਾ ਬਾਰਿਸ਼ ਪੈਂਦੀ ਨਾ ਇਕੁਏਟਰ ਦੇ ਆਲੇ ਦੁਆਲੇ ਜਿੰਨੀ ਵੀ ਮਤਲਬ ਧਰਤੀ ਹੈ। ਠੀਕ ਹੈ ਜੀ, ਅਤੇ ਡੈਜ਼ਰਟ ਦੇਖੋ ਤੁਸੀਂ ਮਰੂਸਥਲ ਦੇ ਵਿੱਚ ਚਲੇ ਜਾਓ, ਉੱਥੇ ਵੀ ਲਾਈਫ ਐਗਜਿਸਟ ਕਰਦੀ ਹੈ, ਉਹ ਵੀ ਇੱਕ ਤਰ੍ਹਾਂ ਦਾ ਈਕੋਸਿਸਟਮ ਹੈ। ਦੇਖੋ ਜੀ ਹਰ ਈਕੋਸਿਸਟਮ ਦਾ ਆਪਣਾ ਅਲੱਗ ਇੱਕ ਰੁਤਬਾ ਹੈ। ਠੀਕ ਹੈ ਜੀ, ਅਤੇ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਦੇਖੋ ਇਕੋਲੋਜੀ। ਹੁਣ ਤੁਹਾਨੂੰ ਪੇਪਰ ਦੇ ਨਾ ਬੁੱਕ ਦੇ ਉੱਪਰ ਲਿਖਿਆ ਹੋਏਗਾ ਇਨਵਾਇਰਮੈਂਟ ਇਕੋਲੋਜੀ। ਇਕੋਲੋਜੀ ਦਾ ਮਤਲਬ ਕੀ ਚੀਜ਼ ਹੈ, ਜਿੱਥੇ ਵੀ ਲੋਜੀ ਵਰਡ ਆਊਗਾ ਉੱਥੇ ਮਤਲਬ ਕੀ ਹੁੰਦਾ, ਸਟੱਡੀ। ਠੀਕ ਹੈ ਜੀ, ਹੁਣ ਈਕੋ ਦਾ ਮਤਲਬ ਕੀ ਹੋਇਆ, ਈਕੋਸਿਸਟਮ ਆਪਾਂ ਪੜ੍ਹ ਕੇ ਆਏ ਹਾਂ, ਤਾਂ ਉਹਦੇ ਈਕੋਸਿਸਟਮ ਦਾ ਸਿੰਪਲ ਜੀ ਡੈਫੀਨੇਸ਼ਨ ਹੈ ਇਨਵਾਇਰਮੈਂਟ ਦੇ ਵਿੱਚ। ਇਨਵਾਇਰਮੈਂਟ ਸਬਜੈਕਟ ਹੀ ਉਹ ਚੀਜ਼ ਹੈ ਕਿ ਲਿਵਿੰਗ ਚੀਜ਼ਾਂ ਦਾ ਨੋਨ ਲਿਵਿੰਗ ਚੀਜ਼ਾਂ ਨਾਲ ਕੀ ਰਿਲੇਸ਼ਨ ਹੈ, ਇਸ ਦੀ ਸਟੱਡੀ ਨੂੰ ਕਰਨਾ ਆਪਾਂ ਕੀ ਕਹਿ ਦਿੰਦੇ ਹਾਂ, ਇਕੋਲੋਜੀ। ਠੀਕ ਹੈ ਜੀ, ਹੁਣ ਦੇਖੋ ਇਕੋਲੋਜੀ ਡਿਫਾਈਨ ਸਾਇੰਟੀਫਿਕ ਸਟੱਡੀ ਕਿਹਦੀ, ਇੰਟਰੈਕਸ਼ਨ ਦੀ, ਕਿ ਇਹ ਜਿਹੜੇ ਔਰਗਨਿਜ਼ਮ ਹੈ। ਦੇਖੋ ਜਿਹੜਾ ਇਨਵਾਇਰਮੈਂਟ ਸਬਜੈਕਟ ਹੈ ਇਹਦੇ ਵਿੱਚ ਜੀਵ ਨੂੰ ਆਪਾਂ ਔਰਗਨਿਜ਼ਮ ਕਹਿੰਦੇ ਹਾਂ। ਹਰ ਇੱਕ ਸਬਜੈਕਟ ਦੀ ਆਪਣੀ ਟਰਮਨੋਲੋਜੀ ਹੁੰਦੀ ਹੈ, ਆਪਣੀ ਸ਼ਬਦਾਵਲੀ ਹੁੰਦੀ ਹੈ, ਇਹ ਤੁਸੀਂ ਧਿਆਨ ਰੱਖਣਾ। ਇਹ ਔਰਗਨਿਜ਼ਮ ਜਿਹੜੇ ਜੀਵ ਨੇ ਇਹਨਾਂ ਦੇ ਫਿਜ਼ੀਕਲ ਦੇ ਨਾਲ ਜਿਹੜਾ ਰਿਲੇਸ਼ਨ ਹੈ ਉਸ ਦੀ ਸਟੱਡੀ ਨੂੰ ਕਰਨਾ, ਵੀ ਇਹ ਕਿਵੇਂ ਇੱਕ ਦੂਜੇ ਨਾਲ ਐਗਜਿਸਟ ਕਰ ਰਹੇ ਨੇ, ਕੋ ਐਗਜਿਸਟ, ਕਿਉਂਕਿ ਲਾਈਫ ਐਗਜਿਸਟ ਕਰਕੇ ਚੱਲਦੀ ਹੈ। ਆਪਾਂ ਥਾਂ 'ਤੇ ਸੁਣਿਆ ਹੋਊਗਾ ਐਡਜਸਟ ਕਰਕੇ ਰਹੋ, ਇਹ ਤਾਂ ਲਾਈਫ ਵੀ ਆਪਣੀ ਜਿਹੜੀ ਹੈ ਜਿਹੜਾ ਵਾਤਾਵਰਨ ਹੈ ਉਹਦੇ ਨਾਲ ਆਪਾਂ ਐਗਜਿਸਟ ਕਰਕੇ ਰਹਿੰਦੇ ਹਾਂ। ਆਪਾਂ ਹੁਣ ਗਰਮੀ ਇੰਨੀ ਪੈਂਦੀ ਆਪਾਂ ਘਰ ਬਣਾ ਲੈਂਦੇ ਹਾਂ, ਫਿਰ ਉਸ ਤੋਂ ਵੀ ਜ਼ਿਆਦਾ ਗਰਮੀ ਲੱਗਦੀ ਆਪਾਂ AC ਲਾ ਦਿੰਦੇ ਹਾਂ। ਠੰਡ ਦੇ ਵਿੱਚ ਜਦੋਂ ਆਪਾਂ ਫਿਰ ਕੀ ਕਰਦੇ ਹਾਂ, ਆਪਾਂ ਹੱਥ ਸੇਕਣ ਵਾਸਤੇ ਆਪਾਂ ਅੱਗ ਜਲਾ ਲੈਂਦੇ ਹਾਂ। ਇਸੇ ਤਰ੍ਹਾਂ ਲਾਈਫ ਨੂੰ ਦੋਨਾਂ ਪਾਸੇ ਰਿਲੇਟ ਕਰਕੇ ਚੱਲਦੇ ਹਾਂ। ਠੀਕ ਹੈ ਜੀ, ਅਤੇ ਇਸੇ ਤਰ੍ਹਾਂ ਦੀ ਜਿਹੜੀ ਇਸ ਦੀ ਸਟੱਡੀ ਨੂੰ ਕਰਨਾ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇਕੋਲੋਜੀ ਕਹਿ ਦਿੰਦੇ ਹਾਂ। ਹੁਣ ਇੱਕ ਔਰਗਨਿਜ਼ਮ 'ਤੇ ਦੇਖੋ, ਔਰਗਨਿਜ਼ਮ ਸਭ ਤੋਂ ਇੱਕ ਜੀਵ ਜਿਹੜਾ ਹੁੰਦਾ ਉਹਨੂੰ ਔਰਗਨਿਜ਼ਮ ਕਹਿ ਦਿੰਦੇ ਹਾਂ, ਕਈ ਥਾਂ 'ਤੇ ਇਹਨੂੰ ਸਪੀਸ਼ੀਜ਼ ਕਹਿ ਦੇਣਗੇ। ਠੀਕ ਹੈ, ਤਾਂ ਔਰਗਨਿਜ਼ਮ ਹੁੰਦਾ ਇੱਕ ਜਦੋਂ ਇੱਕੋ ਵਰਗੇ 2-4 ਜਣੇ ਮਿਲ ਜਾਣਗੇ ਉਸ ਨੂੰ ਆਪਾਂ ਕਹਾਂਗੇ ਉਸੇ ਤਰ੍ਹਾਂ ਦਾ ਪੋਪੂਲੇਸ਼ਨ। ਜਿਵੇਂ ਇਨਸਾਨ ਹੈ, ਇਨਸਾਨ ਸਾਰੇ ਇੱਕ ਵਰਗੇ ਹੋ ਗਏ, ਉਹਨੂੰ ਆਪਾਂ ਪੋਪੂਲੇਸ਼ਨ ਕਹਿੰਦੇ ਹਾਂ। ਜਿਵੇਂ ਜਿਵੇਂ ਡੋਗ ਹੈ, ਇਸੇ ਤਰ੍ਹਾਂ ਦੇ ਡੋਗ ਦੀ ਪ੍ਰਜਾਤੀ ਦੇ 3-4 ਉਹ ਪੋਪੂਲੇਸ਼ਨ ਹੋ ਗਈ। ਜਦੋਂ ਇਸੇ ਤਰ੍ਹਾਂ ਦੀ ਸਾਰੀਆਂ ਪ੍ਰਜਾਤੀਆਂ ਡੋਗ, ਬਿੱਲੀ, ਸ਼ੇਰ, ਲਵਾਇਨ, ਇਹ ਸਾਰੇ ਮਤਲਬ ਆਪਸ ਦੇ ਵਿੱਚ ਮਿਲ ਜਾਣਗੇ, ਫਿਰ ਬਣੂਗੀ ਕਮਿਊਨਿਟੀ। ਦੇਖੋ ਇੱਥੇ ਇੱਕ ਕੱਛੂ ਹੈ, ਉਹਦੇ ਨਾਲ ਚਿੜੀ ਬੈਠੀ ਹੈ, ਇਹ ਇਹਨਾਂ ਦੀ ਪੋਪੂਲੇਸ਼ਨ ਹੈ, ਪਰ ਰਹਿ ਕਿੱਥੇ ਰਹੇ ਨੇ, ਧਰਤੀ ਦੇ ਉੱਪਰ, ਉਹ ਜਾਂ ਸਮੁੰਦਰ ਦੇ ਵਿੱਚ ਜਿਹੜਾ ਜੀਵ ਉਹਨੂੰ। ਅਤੇ ਇਸੇ ਤਰ੍ਹਾਂ ਹੀ ਜਦੋਂ ਆਪਸ ਦੇ ਵਿੱਚ ਦੋਨੇ ਲਿਵਿੰਗ ਅਤੇ ਨੋਨ ਲਿਵਿੰਗ ਬਹਿ ਜਾਂਦੇ ਨੇ ਤਾਂ ਇਹ ਕੀ ਬਣ ਜਾਂਦਾ, ਈਕੋਸਿਸਟਮ। ਅਤੇ ਈਕੋਸਿਸਟਮ ਤੁਹਾਨੂੰ ਮੈਂ ਦੱਸਿਆ ਕਿ ਬਹੁਤ ਵੱਡਾ ਵੀ ਹੋ ਸਕਦਾ, ਬਹੁਤ ਵੱਡੇ ਏਰੀਏ ਦੇ ਵਿੱਚ ਹੋਵੇ ਤਾਂ ਉਹਨੂੰ ਆਪਾਂ ਲੈਂਡਸਕੇਪ ਕਹਿ ਦਿੰਦੇ ਹਾਂ। ਅਤੇ ਇਸੇ ਤਰ੍ਹਾਂ ਹੀ ਸਾਰੇ ਬਹੁਤ ਵੱਡਾ ਏਰੀਆ ਧਰਤੀ ਦਾ ਜਿਹਦੇ ਵਿੱਚ ਲਾਈਫ ਐਗਜਿਸਟ ਕਰ ਰਹੀ ਆ, ਉਸੇ ਚੀਜ਼ ਨੂੰ ਆਪਾਂ ਬਾਇਓਸਫੀਅਰ ਕਰ ਦਿੰਦੇ ਹਾਂ। ਬਾਇਓਸਫੀਅਰ ਦੇ ਵਿੱਚ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਆਊਗਾ, ਬਾਇਓਸਫੀਅਰ ਦੀ ਡੈਫੀਨੇਸ਼ਨ ਦੱਸੋ। ਆਪਾਂ ਬਾਇਓਸਫੀਅਰ ਪੜ੍ਹਿਆ ਸੀ। ਦੇਖੋ ਹੁਣ ਤੱਕ ਆਪਾਂ ਕੀ ਪੜ੍ਹ ਚੁੱਕੇ ਹਾਂ, ਹੁਣ ਤਾਂ ਆਪਾਂ ਪਹਿਲਾਂ ਬਾਇਓਸਫੀਅਰ ਦੀ ਡੈਫੀਨੇਸ਼ਨ ਪੜ੍ਹੀ, ਫਿਰ ਆਪਾਂ ਈਕੋਸਿਸਟਮ ਪੜ੍ਹਿਆ, ਉਸ ਤੋਂ ਬਾਅਦ ਇਕੋਲੋਜੀ ਪੜ੍ਹੀ ਹੈ। ਠੀਕ ਹੈ ਜੀ, ਹੁਣ ਆਪਾਂ ਦੇਖੀਏ ਔਰਗਨਿਜ਼ਮ, ਫਿਰ ਪੋਪੂਲੇਸ਼ਨ ਵੇਖਿਆ, ਕਮਿਊਨਿਟੀ ਵੇਖੀ ਹੈ, ਈਕੋਸਿਸਟਮ ਵੇਖਿਆ। ਇਹ ਸਾਰੀਆਂ ਚੀਜ਼ਾਂ ਆਪਾਂ ਇਸ ਲੈਕਚਰ ਦੇ ਵਿੱਚ ਵੇਖ ਚੁੱਕੇ ਹਾਂ। ਨੈਕਸਟ ਲੈਕਚਰ ਦੇ ਵਿੱਚ ਤੁਹਾਨੂੰ ਇਸ ਤੋਂ ਹੋਰ ਇਲੈਬੋਰੇਟ ਕਰਕੇ ਦੱਸੂਗਾ। ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਕਿਉਂਕਿ ਇਹ ਇਨਵਾਇਰਮੈਂਟ ਦਾ ਬੇਸਿਕ ਪੁਆਇੰਟ ਹੈ ਜਿਹੜੇ ਤੁਹਾਨੂੰ ਆਉਣੇ ਚਾਹੀਦੇ ਨੇ। ਠੀਕ ਹੈ ਜੀ, ਅਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਅੱਗੇ ਵਾਲੇ ਜਿਹੜੇ ਹੈ ਉਹ ਆਪਾਂ ਵੇਖਾਂਗੇ। ਥੈਂਕ ਯੂ ਫॉर ਵਾਚਿੰਗ।